ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਕਰ ਹਰ ਕਰਮ ਸ਼ਰਵਣ ਹਰ ਕਥਾ ਹਰ ਦਰਗਹਿ ਨਾਨਕ ਉਜਲ ਮੱਥਾ। ਅਗਮ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਜੈ ਜੋਤ ਹਿਰ ਲਈ ਤੇਰੀ ਮੂੜੇ ਅੰਤ ਗਿਆ ਪਛਤਾਵੇਗਾ। ਏਕ ਸ਼ਬਦ ਤੂੰ ਚੀਨੈ ਨਾਹੀ ਫਿਰ ਜੂਨੀ ਆਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰਾਂ ਦੇ ਦਾਤੇ ਬਖਸ਼ਿਸ਼ ਕੀਤੀ ਹੈ ਜੋ ਇਸ ਪਾਵਨ ਅਸਥਾਨ 'ਤੇ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ। ਤਿਸ ਦੇ ਤਹਿਤ ਆਸਾ ਰਾਗ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਜੋ ਪੱਟੀ ਦੇ ਸਿਰਲੇਖ ਹੇਠਾਂ ਉਚਾਰਨ ਕੀਤੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 434 ਤੋਂ ਆਰੰਭ ਹੋ ਕੇ 435 ਅੰਗ 'ਤੇ ਸੰਪੂਰਨ ਹੁੰਦੀ ਹੈ। ਇਸ ਪਾਵਨ ਬਾਣੀ ਦੁਆਰਾ ਗੁਰੂ ਪਾਤਸ਼ਾਹ ਜੀ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਦੋ ਤਰ੍ਹਾਂ ਦੀ ਵਿੱਦਿਆ ਹੈ, ਇੱਕ ਸੰਸਾਰਕ ਵਿੱਦਿਆ ਹੈ, ਇੱਕ ਧਰਮ ਦੀ ਵਿੱਦਿਆ ਹੈ। ਸੰਸਾਰਕ ਵਿੱਦਿਆ ਪੜ੍ਹ ਕੇ ਵੀ ਮਨੁੱਖ ਨੂੰ ਹੰਕਾਰ ਹੋ ਗਿਆ। ਸੰਸਾਰਕ ਵਿੱਦਿਆ ਪੜ੍ਹ ਕੇ ਵੀ ਮਨੁੱਖ ਅੱਤ ਦਾ ਕਾਮੀ, ਕ੍ਰੋਧੀ, ਲਾਲਚੀ, ਹੰਕਾਰੀ ਵਿਕਾਰਾਂ ਦੇ ਵਿੱਚ ਗ੍ਰਸਿਆ ਗਿਆ ਤੇ ਧਾਰਮਿਕ ਵਿੱਦਿਆ ਪੜ੍ਹਨ ਵਾਲੇ ਵੀ ਇਹਨਾਂ ਵਿਕਾਰਾਂ ਤੋਂ ਬਚ ਨਹੀਂ ਸਕੇ। ਸੋ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਫਿਰ ਤੁਹਾਡੀ ਇਹ ਪੜ੍ਹੀ ਹੋਈ ਵਿੱਦਿਆ ਕਿਹੜੇ ਕੰਮ ਹੈ? ਜੇਕਰ ਇਸ ਵਿੱਦਿਆ ਤੋਂ ਤੁਸੀਂ ਅਸਲ ਲਾਭ ਨਹੀਂ ਲੈ ਸਕੇ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਪੜ੍ਹਿਆ ਹੋਇਆ ਤਾਂ ਹੀ ਜੀਵ ਨੂੰ ਮੰਨਿਆ ਜਾਵੇਗਾ ਜੇਕਰ ਇਹ ਆਪਣਾ ਕਰਮਾਂ ਦਾ ਲੇਖਾ ਜੋਖਾ ਇੱਥੇ ਹੀ ਮੁਕਾ ਲਵੇ।
ਜੇਕਰ ਐਸਾ ਇਹ ਨਹੀਂ ਕਰਦਾ ਤੇ ਪਾਤਸ਼ਾਹ ਇਸ ਪਾਵਨ ਬਾਣੀ ਦੇ ਰਹਾਉ ਦੇ ਬੰਦ ਵਿੱਚ ਕਹਿੰਦੇ ਨੇ, ਮਨ ਐਸਾ ਲੇਖਾ ਤੂੰ ਕੀ ਪੜ੍ਹਿਆ, ਲੇਖਾ ਦੇਣਾ ਤੇਰੇ ਸਿਰ ਰਹਿਆ। ਉਹ ਲੇਖਾ ਤਾਂ ਤੇਰੇ ਸਿਰ ਤੇ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਹੀ ਹੈ। ਪੜ੍ਹਾਈ ਦਾ ਤੈਨੂੰ ਕੀ ਲਾਭ ਹੋਇਆ, ਭਾਵ ਇੱਕ ਪੈਸਾ ਵੀ ਲਾਭ ਨਹੀਂ ਹੋਇਆ। ਸਗੋਂ ਵਿਦਿਆ ਪੜ੍ਹ ਕੇ ਮਨੁੱਖ ਨੂੰ ਜਿਹੜੀ ਅੰਦਰ ਦੀ ਸੋਝੀ ਆਉਣੀ ਸੀ ਉਹ ਤਾਂ ਨਹੀਂ ਆਈ, ਸਗੋਂ ਹੋਰ ਚਤਰ ਹੋ ਗਿਆ ਕਿ ਦੁਨੀਆ ਨੂੰ ਲੁੱਟਣਾ ਕਿਵੇਂ ਹੈ। ਆਪਾਂ ਵੇਖਦੇ ਹਾਂ ਦੁਨਿਆਵੀ ਵਿਦਿਆ ਪੜ੍ਹਨ ਜਿਨ੍ਹਾਂ ਨੇ ਪੜ੍ਹੀ ਹੈ, ਜਿੰਨਾ ਜ਼ਿਆਦਾ ਨੁਕਸਾਨ ਦੁਨੀਆ ਦਾ ਉਹਨਾਂ ਨੇ ਕੀਤਾ ਹੈ, ਇੰਨਾ ਅਨਪੜ੍ਹ ਬੰਦੇ ਨੇ ਨਹੀਂ ਕੀਤਾ। ਸਾਡੇ ਮੁਲਕ ਦੇ ਵਿੱਚੋਂ ਕਰੋੜਾਂ ਰੁਪਈਏ ਲੈ ਕੇ ਇੱਥੋਂ ਦੇ ਜਿਹੜੇ ਬਹੁਤ ਪੜ੍ਹੇ ਲਿਖੇ ਲੋਕ, ਜਿਨ੍ਹਾਂ ਨੂੰ ਕਿਹਾ ਗਿਆ ਸੀ ਮਾਲੀਆ ਵਰਗੇ, ਹੋਰ ਕਿੰਨੇ ਕਰੋੜਾਂ ਰੁਪਏ ਲੈ ਕੇ ਭੱਜ ਗਏ। ਅਨਪੜ੍ਹ ਬੰਦਾ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦਾ। ਪੜ੍ਹਾਈ ਤਾਂ ਕੀਤੀ ਪਰ ਉਹਦਾ ਦੁਰਉਪਯੋਗ ਕੀਤਾ, ਸਗੋਂ ਹੋਰ ਲਾਲਚ ਵਿੱਚ ਫਸ ਗਏ। ਇਸੇ ਤਰ੍ਹਾਂ ਧਰਮ ਦੇ ਗ੍ਰੰਥਾਂ ਨੂੰ ਪੜ੍ਹ ਕੇ, ਧਾਰਮਿਕ ਵਿਦਿਆ ਪੜ੍ਹ ਕੇ ਵੀ ਮਨੁੱਖ ਸਗੋਂ ਹੋਰ ਹੰਕਾਰੀ ਹੋ ਗਿਆ। ਧਾਰਮਿਕ ਵਿਦਿਆ ਪੜ੍ਹ ਕੇ ਬਹੁਤ ਬਹੁਤ ਮਾੜੇ ਕਰਮ ਕੀਤੇ। ਜਿਵੇਂ ਬ੍ਰਹਮੇ ਨੂੰ ਵੇਦਾਂ ਦਾ ਕਰਤਾ ਮੰਨਿਆ ਗਿਆ ਹੈ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਲਿਖਦੇ ਨੇ ਕਿ ਇਹ ਸਾਰੇ ਲੋਕ ਸੰਸਾਰ ਵਿੱਚ ਮੰਨਦੇ ਨੇ ਵੀ ਬ੍ਰਹਮੇ ਵਰਗਾ ਕੋਈ ਵਿਦਵਾਨ ਨਹੀਂ ਹੋਇਆ, ਪਰ ਉਹ ਬ੍ਰਹਮਾ ਆਪਣੀ ਨੌਜਵਾਨ ਧੀ ਦੇ ਰੂਪ ਉੱਪਰ ਵਿਕਾਰੀ ਦ੍ਰਿਸ਼ਟੀ ਨਾਲ ਵੇਖਣ ਲੱਗ ਪਿਆ, ਲੁਭਾਏਮਾਨ ਹੋ ਗਿਆ। ਇਸੇ ਤਰ੍ਹਾਂ ਹੋਰ ਵੀ ਰਾਵਣ ਦਾ ਜ਼ਿਕਰ ਆਉਂਦਾ ਵੀ 4 ਵੇਦ ਉਹਨੂੰ ਮੂੰਹ ਜ਼ਬਾਨੀ ਯਾਦ ਸਨ, ਤੇ ਕਿੰਨਾ ਵੱਡਾ ਉਹਨੇ ਉਪਦਰ ਕੀਤਾ। ਇਸੇ ਤਰ੍ਹਾਂ ਹੋਰ ਲੋਕਾਂ ਦਾ ਬਹੁਤ ਜ਼ਿਕਰ ਆਉਂਦਾ ਹੈ। ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਸਗੋਂ ਹੋਰ ਕਾਮੀ, ਕ੍ਰੋਧੀ, ਲਾਲਚੀ, ਹੰਕਾਰੀ, ਵਿਕਾਰਾਂ ਵਾਲੇ ਹੋ ਗਏ। ਪਾਤਸ਼ਾਹ ਕਹਿੰਦੇ ਇਹ ਵਿਦਿਆ ਦਾ ਦੱਸ ਤੈਨੂੰ ਕੀ ਲਾਭ ਹੋਇਆ, ਸਗੋਂ ਇਹ ਕਰਮਾਂ ਦਾ ਲੇਖਾ ਤੇਰੇ ਸਿਰ ਤੇ ਉਸੇ ਤਰ੍ਹਾਂ ਹੀ ਬਣਿਆ ਰਿਹਾ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਹਰ ਇੱਕ ਅੱਖਰ ਦੇ ਵਿੱਚ ਜੋ ਗਿਆਨ ਛੁਪਿਆ ਹੈ, ਪਰਮਾਤਮਾ ਨੂੰ ਮਿਲਣ ਦੀ ਸੋਝੀ ਛਪੀ ਹੋਈ ਹੈ, ਉਹ ਕਿਰਪਾ ਕਰ ਰਹੇ ਨੇ। ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਦੀ ਵਿਚਾਰ ਆਰੰਭ ਕਰੀਏ। ਸੱਚੇ ਪਾਤਸ਼ਾਹ ਕਿਰਪਾ ਕਰੋ, ਆਪ ਵਿੱਚ ਵਰਤ ਕੇ ਆਪਣੀ ਬਾਣੀ ਦੀ ਕਥਾ ਵਿਚਾਰ ਆਪ ਹੀ ਕਰਵਾ ਲਵੋ। ਸੁਆਓ ਆਪ ਸੰਗਤਾਂ, ਅਸੀਸ ਬਖਸ਼ੋ, ਪਿਆਰ ਨਾਲ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਜੈ ਜੋਤ ਹਿਰ ਲਈ ਤੇਰੀ, ਮੂੜੇ ਅੰਤ ਗਿਆ ਪਛਤਾਵੇਗਾ। ਕੱਲ੍ਹ ਆਪਾਂ ਇੱਥੋਂ ਤੱਕ ਵਿਚਾਰ ਸਾਂਝੀ ਕੀਤੀ ਸੀ। ਜੱਜੇ ਅੱਖਰ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋਤ। ਜੋਤ ਦੇ ਅਰਥ ਵਿਦਵਾਨਾਂ ਨੇ ਇਹ ਵੀ ਕੀਤੇ ਨੇ, ਜੋ ਅੰਦਰ ਦੀ ਸੋਝੀ ਹੈ, ਚੇਤਨ ਸ਼ਕਤੀ ਹੈ। ਪਾਤਸ਼ਾਹ ਕਹਿੰਦੇ ਜੱਜੈ ਜੋਤ ਹਿਰ ਲਈ ਤੇਰੀ, ਮੂੜੇ ਅੰਤ ਗਿਆ ਪਛਤਾਵੇਗਾ। ਜੋਤ ਕਿਹਨੇ ਹਿਰ ਲਈ ਹੈ? ਅੰਦਰਲੀ ਸਮਝ ਉਹ ਕਿਹਨੇ ਖੋਹ ਲਈ ਹੈ?
ਕਿਸੇ ਹੋਰ ਨੇ ਨਹੀਂ ਖੋਈ। ਮਨੁੱਖ ਦੇ ਆਪਣੇ ਹੀ ਕਰਮਾਂ ਨੇ ਇਹਦੇ ਤੋਂ ਉਸ ਨੂੰ ਖੋਹ ਲਿਆ ਹੈ। ਉਹ ਕਿਸ ਤਰ੍ਹਾਂ ਕਿ ਜਿਵੇਂ ਦੇਖੋ ਇੱਕ ਮਨੁੱਖ ਜਾਣ ਕੇ ਉਹਨੂੰ ਪਤਾ ਹੋਵੇ ਵੀ ਇੱਧਰ ਬਹੁਤ ਵੱਡਾ ਜੰਗਲ ਹੈ, ਉਹਦੇ ਵਿੱਚ ਖੂਨਕਾਰ ਜਾਨਵਰ ਰਹਿੰਦੇ ਨੇ, ਜਾਣ ਬੁੱਝ ਕੇ ਆਪਣੇ ਅਸਲੀ ਘਰ ਨੂੰ, ਵਸੋਂ ਵਾਲੀ ਥਾਂ ਨੂੰ ਛੱਡ ਕੇ ਜੰਗਲ ਵਿੱਚ ਜਾਵੇ ਤੇ ਉਹਦੀ ਜਿਹੜੀ ਜ਼ਿੰਦਗੀ ਹੈ ਉਹ ਹੁਣ ਕਿਹਨੇ ਖੋਈ ਹੈ? ਉਹਨੇ ਆਪ ਹੀ ਅਸਲ ਵਿੱਚ ਉਹਨੂੰ ਉਸ ਪਾਸੇ ਧਕੇਲਿਆ ਹੈ, ਧੱਕਾ ਮਾਰਿਆ ਹੈ। ਆਪ ਹੀ ਦਰਿਆ ਵਿੱਚ ਛਾਲ ਮਾਰਨ ਗਿਆ ਹੈ, ਕਰਮ ਤਾਂ ਆਪ ਹੀ ਕੀਤਾ ਹੈ। ਹਾਂ, ਕਿਤੇ ਕਿਤੇ ਐਸਾ ਹੁੰਦਾ ਵੀ ਕੋਈ ਧੱਕਾ ਮਾਰਦਾ ਹੈ ਜਾਂ ਕੋਈ ਕਿਡਨੈਪ ਕਰਕੇ ਕਿਸੇ ਨੂੰ ਲੈ ਜਾਂਦਾ, ਪਰ ਬਹੁਤ ਘੱਟ, ਪਰ ਬਹੁਤਾਤ ਗਿਣਤੀ ਵਿੱਚ ਲੋਕ ਆਪ ਹੀ ਐਸਾ ਕਰਦੇ ਨੇ। ਮਹਾਰਾਜ ਕਹਿੰਦੇ ਐਸਾ ਸੁਭਾਅ, ਐਸਾ ਕਰਮ ਕਰ ਲਏ, ਅੰਦਰਲੀ ਜੋਤ ਸ਼ਕਤੀ ਹਿਰ ਗਈ, ਖਤਮ ਹੋ ਗਈ। ਜਿਵੇਂ ਸਾਡਾ ਸਰੀਰ ਹੈ, ਇਹਨੂੰ ਸਾਇੰਸ ਡਾਕਟਰ ਉਦੋਂ ਤੱਕ ਡੈਡ ਨਹੀਂ ਕਹਿੰਦੇ ਜਦੋਂ ਤੱਕ ਇਹਦੇ ਵਿੱਚ ਇੱਕ ਵੀ ਹਰਕਤ ਚੱਲ ਰਹੀ ਹੋਵੇ। ਜਦੋਂ ਸਾਰੀਆਂ ਹਰਕਤਾਂ ਸਰੀਰ ਦੀਆਂ ਬੰਦ ਹੋ ਜਾਣ ਫਿਰ ਡਾਕਟਰ ਕਲੀਅਰ ਕਰ ਦਿੰਦੇ ਨੇ ਵੀ ਇਹ ਹੁਣ ਡੈਡ ਬੋਡੀ ਹੈ। ਇੱਕ ਵੀ ਚਾਂਸ ਬਚਿਆ ਹੋਇਆ ਤੇ ਉਹ ਨਹੀਂ ਕਹਿਣਗੇ ਖਤਮ ਹੈ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਮਨੁੱਖ ਇਹਦੇ ਵਿੱਚ ਜਦੋਂ ਤੱਕ ਕੋਈ ਐਸਾ ਗੁਣ ਬਚਿਆ ਕਿ ਇਹ ਰੱਬ ਵਾਲੇ ਪਾਸੇ ਪਰਤ ਸਕਦਾ ਹੈ, ਇਹਨੂੰ ਵੀ ਮ੍ਰਿਤਕ ਨਹੀਂ ਆਖਿਆ ਗਿਆ। ਪਰ ਐਸਾ ਸੁਭਾਅ ਬਣਾ ਲਿਆ, ਐਸੇ ਕਰਮ ਕਰ ਕਰਕੇ ਇੰਨਾ ਦੂਰ ਚਲਾ ਗਿਆ, ਹੁਣ ਉੱਥੋਂ ਵਾਪਸ ਮੁੜਨਾ ਬੜਾ ਔਖਾ ਹੈ। ਤੇ ਮਹਾਰਾਜ ਕਹਿੰਦੇ ਹੁਣ ਇਹ ਆਤਮਿਕ ਤੌਰ 'ਤੇ ਮਰ ਗਿਆ ਹੈ, ਡੈਡ ਹੋ ਗਿਆ ਹੈ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਲਵੰਤ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਹੁਣ ਰੱਬ ਨਾਲ ਪ੍ਰੀਤ ਨਹੀਂ ਪੈ ਸਕਦੀ, ਬੜਾ ਦੂਰ ਚਲਾ ਗਿਆ ਹੈ। ਤੋ ਪਾਤਸ਼ਾਹ ਕਹਿੰਦੇ ਫਿਰ ਅੰਤ ਸਮੇਂ ਬੜਾ ਪਛਤਾਉਂਦਾ ਹੈ, ਕਿਉਂਕਿ ਉਦੋਂ ਸਮਝ ਆਉਂਦੀ ਹੈ ਵੀ ਕਿੰਨਾ ਵਧੀਆ ਜੀਵਨ ਮਿਲਿਆ ਸੀ, ਕਿਹੜੇ ਕਾਰਜ ਵਾਸਤੇ ਮਿਲਿਆ ਸੀ, ਉਹ ਕੀਤਾ ਹੀ ਨਹੀਂ। ਏਕ ਸ਼ਬਦ ਤੂੰ ਚੀਨੈ ਨਾਹੀ, ਫਿਰ ਫਿਰ ਜੂਨੀ ਆਵੇਗਾ। ਇੱਥੇ ਸ਼ਬਦ ਦਾ ਅਰਥ ਹੈ ਵਾਹਿਗੁਰੂ ਦਾ ਨਾਮ। ਇੱਕ ਪਰਮਾਤਮਾ ਦੇ ਨਾਮ ਨੂੰ ਨਹੀਂ ਜਾਣਿਆ, ਜਪਿਆ ਨਹੀਂ, ਸਿਮਰਿਆ ਨਹੀਂ। ਪਾਤਸ਼ਾਹ ਕਹਿੰਦੇ ਯਾਦ ਰੱਖ, ਆਪਾਂ ਵੇਖਦੇ ਹਾਂ ਨਾ, ਲੋਕ ਆਪਾਂ ਨੂੰ ਕੋਈ ਰਸਤੇ ਵਿੱਚ ਜਾਂਦੇ ਹਾਂ ਜਾਂ ਕਿਤੇ ਕੋਈ ਬੈਠਾ ਹੋਵੇ ਤੇ ਕਈ ਵਾਰ ਆਪਾਂ ਵੇਖਦੇ ਹਾਂ ਜਿਹੜੇ ਧਾਰਮਿਕ ਸਥਾਨ ਉਹਨਾਂ ਦੇ ਬਾਹਰ ਬੈਠੇ ਹੁੰਦੇ ਨੇ, ਉਹ ਕਹਿੰਦੇ ਲਿਆ ਤੇਰਾ ਹੱਥ ਵੇਖਦਾ ਮੈਂ, ਤੇਰੇ ਹੱਥ ਵਿੱਚ ਕੀ ਕੁਝ ਲਿਖਿਆ ਹੋਇਆ ਹੈ। ਅਤੇ ਆਪਾਂ ਬੈਠ ਜਾਂਦੇ ਹਾਂ ਹੱਥ ਅੱਗੇ ਰੱਖ ਕੇ ਵੀ ਦੇਖ ਮੇਰੇ ਹੱਥ ਵਿੱਚ ਕੀ ਲਿਖਿਆ, ਮੇਰਾ ਭਵਿੱਖ ਕੀ ਹੈ, ਮੇਰਾ ਪਿਛਲਾ ਸਮਾਂ ਕਿਵੇਂ ਜਿਹਾ ਹੈ। ਪੁੱਛਦੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੇ ਸਾਡੇ ਭੂਤ ਕਾਲ ਦੀ, ਵਰਤਮਾਨ ਕਾਲ ਦੀ ਔਰ ਭਵਿੱਖ ਕਾਲ ਦੀ, ਤਿੰਨੇ ਕਾਲਾਂ ਦੀ ਭਵਿੱਖਬਾਣੀ ਕੀਤੀ ਹੈ। ਸਾਰਾ ਕੁਝ ਦੱਸਿਆ ਮਹਾਰਾਜ ਨੇ, ਸਾਰੇ ਤਰ੍ਹਾਂ ਦੇ ਲੋਕਾਂ ਦੀ ਦੱਸ ਦਿੱਤੀ ਹੈ। ਭਾਵੇਂ ਕੋਈ ਧਾਰਮਿਕ ਹੈ, ਭਾਵੇਂ ਕੋਈ ਪੜ੍ਹਿਆ ਲਿਖਿਆ, ਅਨਪੜ੍ਹ ਹੈ, ਰਾਜਾ ਹੈ, ਭਿਖਾਰੀ ਹੈ, ਕੋਈ ਵੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਭੂਤ ਕਾਲ ਕੀ ਹੈ। ਆਪਾਂ ਮਹਾਰਾਜ ਨੂੰ ਪੁੱਛਾਂਗੇ ਮਹਾਰਾਜ ਅਸੀਂ ਇਸ ਜਨਮ ਤੋਂ ਪਹਿਲਾਂ ਕਿੱਥੇ ਸੀ। ਆਪਾਂ ਨੂੰ ਇਹ ਬੜੀ ਇੱਛਾ ਹੈ ਵੀ ਮੈਂ ਪਿਛਲੇ ਜਨਮ ਵਿੱਚ ਕੀ ਸੀ, ਇਹ ਆਪਾਂ ਜਾਣਨਾ ਚਾਹੁੰਦੇ ਹਾਂ ਵੀ ਮੈਂ ਪਿਛਲੇ ਜਨਮ ਵਿੱਚ ਕੀ ਸੀ। ਤੇ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਤੂੰ ਆਪਣੇ ਸੁਭਾਅ ਨੂੰ ਨੋਟ ਕਰ, ਤੈਨੂੰ ਪਤਾ ਲੱਗ ਜਾਏਗਾ ਤੂੰ ਕੀ ਸੀ, ਤੇਰਾ ਸੁਭਾਅ ਕਿਸ ਤਰ੍ਹਾਂ ਦਾ ਹੈ।
महाराज इस तो किवें पता लगेगा? सुभाव तो पता लगता है कि मनुख जिमें बाहरी तल ते कोई मनुख हाई लेवल जगह जिहड़ी आम संसार में लोगों ने बनाई अपने तौर पर, कोई बंदा उत्थे रहिंदा है। मान लो जिमें कोई बंदा बाहरली कंट्री तो आउंदा है, ਵੱਡੇ ਮੁਲਕਾਂ ਦੇ ਵਿੱਚੋਂ, ਅਮੀਰ ਮੁਲਕਾਂ ਦੇ ਵਿੱਚੋਂ ਜਦੋਂ ਇੱਥੇ ਆਉਂਦਾ ਹੈ ਤੇ ਉਹਦਾ ਬੋਲਣ ਦਾ, ਤੁਰਨ ਫਿਰਨ ਦਾ ਤਰੀਕਾ ਵੱਖਰਾ ਹੁੰਦਾ ਹੈ। ਉਹਦੀ ਪਰਸਨੈਲਿਟੀ ਤੋਂ ਪਤਾ ਲੱਗ ਜਾਂਦਾ ਵੀ ਇਹ ਬੰਦਾ ਇੱਥੋਂ ਦਾ ਨਹੀਂ ਹੈ। ਪਤਾ ਲੱਗਦਾ ਨਾ ਆਪਾਂ ਨੂੰ। ਕਿੱਥੋਂ ਪਤਾ ਲੱਗਾ? ਉਹਦੇ ਪਹਿਰਾਵੇ ਤੋਂ, ਉਹਦੇ ਬੋਲਣ ਤੋਂ, ਉਹਦੇ ਸਾਰੀ ਰੰਗ ਜਿਹੜਾ ਉਹਦੀ ਚਾਲ ਢਾਲ ਜਿਹੜੀ ਸਾਰਾ ਕੁਝ ਉਹਦਾ ਸੁਭਾਅ ਪਤਾ ਲੱਗਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਤੂੰ ਪਿਛਲੇ ਜਨਮਾਂ ਵਿੱਚ ਕੀ ਸੀ ਇਹ ਪਤਾ ਲੱਗ ਜਾਏਗਾ। ਅਤੇ ਆਪਾਂ ਕਈ ਵਾਰ ਵੇਖਦੇ ਹਾਂ ਕਈ ਬੰਦੇ ਐਸੇ ਹੁੰਦੇ ਨੇ ਉਹਨਾਂ ਦਾ ਜਿੰਨਾ ਮਰਜ਼ੀ ਭਲਾ ਕਰੋ ਉਹਨਾਂ ਨੇ ਤੁਹਾਡਾ ਬੁਰਾ ਹੀ ਕਰਨਾ ਹੈ। ਅਤੇ ਬਾਣੀ ਨੇ ਆਖਿਆ ਸੱਪੈ ਦੁੱਧ ਪਿਆਈਐ ਵਿਉ ਮੁੱਖੋਂ ਸੱਟੈ। ਸੱਪ ਦੇ ਜੁੰਨੀ ਵਿੱਚ ਇਹ ਬੰਦਾ ਰਿਹਾ ਬਹੁਤ ਸਮੇਂ। ਇਹ ਆਤਮਾ ਬੜੇ ਜਨਮ ਸੱਪ ਦੀ ਜੁੰਨੀ ਵਿੱਚ ਰਹੀ। ਜਿੰਨਾ ਮਰਜ਼ੀ ਦੁੱਧ ਪਿਆ ਲਓ ਇਹਨੇ ਡੰਗ ਮਾਰਨਾ ਹੀ ਮਾਰਨਾ ਹੈ। ਕਈ ਬੰਦਿਆਂ ਦਾ ਸੁਭਾਅ ਬੜਾ ਹੁੰਦਾ ਹੈ, ਆਪਾਂ ਲੋਕ ਕਹਿ ਦਿੰਦੇ ਬੰਦਾ ਬੜਾ ਮਾਫ਼ ਕਰਨਾ ਕਿ ਉਹ ਸੁਭਾਅ ਦੀ ਗੱਲ ਚੱਲ ਰਹੀ ਤਾਂ ਇਹ ਬਚਨ ਕਹਿ ਪੈ ਰਿਹਾ ਕਿ ਕਹਿੰਦੇ ਬੰਦਾ ਬੜਾ ਕੁੱਤਾ ਹੈ ਕਿ ਉਹ ਕੁੱਤੇ ਵਾਲੀ ਜੁੰਨੀ ਵਿੱਚ ਬੜਾ ਸਮਾਂ ਰਿਹਾ ਹੈ। ਉਹ ਸੁਭਾਅ ਉਹਦਾ ਜਾਂਦਾ ਨਹੀਂ ਹੈ। ਕੁੱਤੇ ਦਾ ਕੀ ਸੁਭਾਅ ਹੈ? ਉਹ ਪਾਤਸ਼ਾਹ ਜੀ ਨੇ ਕੁੱਤੇ ਦਾ ਸੁਭਾਅ ਵੈਸੇ ਗੁਰਬਾਣੀ ਨੇ ਦੋ ਤਰ੍ਹਾਂ ਦਾ ਦੱਸਿਆ ਹੈ। ਦੋ ਤਰ੍ਹਾਂ ਦਾ ਸੁਭਾਅ। ਇੱਕ ਤਾਂ ਇਹ ਹੈ ਕਿ ਉਹ ਮਾਲਕ ਦਾ ਬਣ ਜਾਵੇ ਨਾ, ਬੜਾ ਵਫਾਦਾਰ ਹੈ। ਪਰ ਇੱਕ ਇਹ ਸੁਭਾਅ ਹੈ ਕੁੱਤੇ ਦਾ ਕਿ ਹਲਕ ਜਾਵੇ ਤੇ ਆਪਣੇ ਮਾਲਕ ਨੂੰ ਵੀ ਵੱਢ ਲੈਂਦਾ ਹੈ। ਇੱਕ ਤਾਂ ਇਹ ਸੁਭਾਅ ਹੋ ਗਿਆ ਉਹਦਾ। ਇੱਕ ਉਹਦੇ ਵਿੱਚ ਇਹ ਚੀਜ਼ ਹੈ ਕਿ ਉਹ ਮਾਲਕ ਨੂੰ ਵੱਢ ਵੀ ਸਕਦਾ ਹੈ ਅਤੇ ਮਾਲਕ ਦਾ ਵਫਾਦਾਰ ਵੀ ਹੋ ਸਕਦਾ ਹੈ। ਅਤੇ ਪਾਤਸ਼ਾਹ ਕਹਿੰਦੇ ਦੂਜਾ ਇਹ ਵੀ ਹੈ ਉਹਦੇ ਵਿੱਚ ਕਿ ਸਵਾਨ ਪੂਛ ਜੋ ਭਿਓ ਨਾ ਸੂਦੋ ਬਹੁਤ ਯਤਨ ਮੈਂ ਕੀਨੋ। ਕਈ ਕੁੱਤੇ ਐਸੇ ਵੀ ਹੁੰਦੇ ਨੇ ਉਹਦੀ ਪੂਛ ਜਿਹੜੀ ਸਿੱਧੀ ਡਿੰਗੀ ਰਹਿੰਦੀ ਹੈ। ਐਸੇ ਬੰਦੇ ਨੇ ਉਹ ਬਸ ਉਹਨਾਂ ਨੇ ਡਿੰਗਾ ਹੀ ਚੱਲਣਾ ਹੈ। ਜਿੰਨਾ ਮਰਜ਼ੀ ਉਹਨਾਂ ਨੂੰ ਸਮਝਾ ਲਓ ਉਹਨਾਂ ਨੇ ਆਪਣੀ ਚਾਲ ਨਹੀਂ ਬਦਲਣੀ। ਤੋ ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਇਹ ਪਤਾ ਲੱਗਦਾ ਵੀ ਇਹ ਬੰਦਾ ਕਿਹੜੀ ਜੂਨੀ ਵਿੱਚ ਰਿਹਾ ਹੋਇਆ। ਬੰਦੇ ਦੇ ਗੁਣਾਂ ਤੋਂ ਪਤਾ ਲੱਗ ਜਾਂਦਾ ਹੈ। ਕਈ ਬੰਦੇ ਸਮਝਦੇ ਹੀ ਨਹੀਂ ਹਨ ਬਿਲਕੁਲ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਵਰੀਆ, ਚਰੰਕਾਲ ਇਹ ਦੇ ਸੰਜਰੀਆ। ਇਹ ਸਾਡਾ ਭੂਤ ਕਾਲ ਹੈ ਵੀ ਅਸੀਂ ਕਿੱਥੇ ਕਿੱਥੇ ਰਹਿ ਗਏ। ਆਪਣਾ ਸੁਭਾਅ ਨੋਟ ਕਰ ਲਓ, ਪਤਾ ਲੱਗ ਜਾਏਗਾ ਵੀ ਉਹ ਜੂਨੀ ਵਿੱਚ ਬਹੁਤ ਸਮਾਂ ਲੰਮਾ ਰਿਹਾ ਹੈ। ਜੇ ਕੋਈ ਬੰਦਾ 10 ਦਿਨ ਅਮਰੀਕਾ ਕੈਨੇਡਾ ਜਾ ਕੇ ਆਵੇ ਉਹਦਾ ਸੁਭਾਅ ਨਹੀਂ ਬਦਲੇਗਾ। ਉੱਥੋਂ ਵਾਲਾ ਉਹ ਸੁਭਾਅ ਨਹੀਂ ਆਵੇਗਾ। ਉਹ ਕਈ ਸਾਲ ਹੀ 20 25 50 ਸਾਲ ਹੋ ਗਏ ਨੇ ਉੱਥੇ ਰਹਿੰਦੇ ਆ ਤਾਂ ਜਾ ਕੇ ਉਹ ਚੀਜ਼ ਆਉਂਦੀ ਹੈ। ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਕਿ ਜੇ ਕੋਈ ਮਨੁੱਖ ਕਹੇ ਵੀ ਥੋੜ੍ਹਾ ਜਿਹਾ ਸਮਾਂ ਸਤਸੰਗਤ ਕਰਨ ਨਾਲ ਨਹੀਂ ਉਹ ਸੁਭਾਅ ਬਣਦਾ, ਸਮਾਂ ਲੱਗਦਾ ਹੈ। ਉਹ ਗੁਣ ਫਿਰ ਆਉਂਦੇ ਨੇ। ਹੁਣ ਸਾਡਾ ਵਰਤਮਾਨ ਕੀ ਹੈ? ਵਰਤਮਾਨ ਪਾਤਸ਼ਾਹ ਜੀ ਕਹਿੰਦੇ ਇੱਕ ਲੋਕਾਂ ਦਾ ਵਰਤਮਾਨ ਤੇ ਇਹ ਹੈ ਰਹਿਣ ਗਵਾਈ, ਸੋਏ ਕਹਿ ਦਿਵਸ ਗਵਾਇਆ, ਖਾਏ ਹੀਰੇ ਜੈਸਾ ਜਨਮ ਹੈ, ਗੋਡੀ ਬਦਲੇ ਜਾਏ। ਵਰਤਮਾਨ ਗਵਾ ਰਹੇ ਨੇ ਆਪਣਾ। ਰਾਤ ਸੌਂ ਕੇ ਗਵਾ ਦਿੱਤੀ, ਦਿਨ ਖਾ ਪੀ ਕੇ ਕੰਮ ਧੰਦਿਆਂ ਵਿੱਚ ਗੁਜ਼ਾਰ ਦਿੱਤਾ। ਇਹ ਵਰਤਮਾਨ ਸਾਡਾ ਚੱਲ ਰਿਹਾ ਹੈ।
ਕਈ ਵਰਤਮਾਨ ਵਿੱਚ ਨਾਮ ਜਪ ਰਹੇ ਨੇ, ਬਾਣੀ ਪੜ੍ਹ ਰਹੇ ਨੇ, ਸ਼ੁਭ ਕਰਮ ਕਰ ਰਹੇ ਨੇ। ਇਹ ਵਰਤਮਾਨ ਨਹੀਂ, ਆਉਣ ਵਾਲਾ ਸਾਡਾ ਭਵਿੱਖ ਕਾਲ ਬਣਨਾ ਹੈ। ਸਾਡਾ ਭਵਿੱਖ ਕੀ ਹੈ? ਜੋ ਆਪਾਂ ਅੱਜ ਕਰ ਰਹੇ ਹਾਂ। ਬੱਚਾ ਪੜ੍ਹਾਈ ਕਰ ਰਿਹਾ ਹੈ, ਭਵਿੱਖ ਕਾਲ ਬਣ ਰਿਹਾ। ਨਹੀਂ ਕਰ ਰਿਹਾ, ਭਵਿੱਖ ਕਾਲ ਤਾਂ ਵੀ ਬਣ ਰਿਹਾ ਹੈ। ਆਉਣ ਵਾਲਾ ਭਵਿੱਖ ਬਣ ਰਿਹਾ ਹੈ। ਕੀ ਬਣੇਗਾ ਭਵਿੱਖ? ਉਹ ਜੋ ਕੁਝ ਕਰ ਰਿਹਾ ਹੈ ਉਹ ਬਣ ਜਾਏਗਾ। ਭੂਤਕਾਲ ਬੀਤਿਆ ਹੋਇਆ ਸਮਾਂ, ਜੇ ਕੋਈ ਅੱਜ ਬਹੁਤ ਪਰਮਾਤਮਾ ਦੇ ਨੇੜੇ ਹੈ, ਇਹ ਪਿਛਲੇ ਜਨਮ ਵਿੱਚ ਵੀ ਇਹਦੀ ਸਾਧਨਾ ਰਹੀ ਹੋਵੇਗੀ। ਪਿਛਲੇ ਜਨਮ ਵਿੱਚ ਵੀ ਇਹਨੇ ਬਹੁਤ ਬੰਦਗੀ ਕੀਤੀ ਹੋਵੇਗੀ, ਪਰ ਅਜੇ ਪਹੁੰਚਿਆ ਨਹੀਂ ਮੰਜ਼ਿਲ 'ਤੇ। ਤੋ ਇਹ ਸਰੀਰ ਫਿਰ ਮਿਲ ਗਿਆ, ਜਨਮ ਫਿਰ ਮਿਲ ਗਿਆ ਹੈ। ਤੋ ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ, ਭਾਈ ਲੋਕ ਪੰਡਤਾਂ ਕੋਲ ਬਹਿ ਜਾਂਦੇ ਨੇ ਹੱਥ ਰੱਖ ਕੇ ਵੀ ਸਾਡਾ ਹੱਥ ਵੇਖੋ, ਸਾਡਾ ਭਵਿੱਖ ਕੀ ਹੈ। ਮਹਾਰਾਜ ਕਹਿੰਦੇ ਭਵਿੱਖ ਉਹ ਕਿਸੇ ਦੇ ਹੱਥ ਵਿੱਚ ਨਹੀਂ, ਉਹ ਕੋਈ ਤੁਹਾਨੂੰ ਨਹੀਂ ਦੱਸ ਸਕਦਾ। ਉਹ ਤੁਸੀਂ ਆਪਣਾ ਆਪ ਬਣਾਉਣਾ। ਜੋ ਅੱਜ ਬੀਜੋਗੇ ਇਹਨੇ ਆਉਣ ਵਾਲੇ ਸਮੇਂ ਵਿੱਚ ਤੁਹਾਡਾ ਭਵਿੱਖ ਬਣ ਜਾਣਾ ਹੈ। ਬਾਬਾ ਫਰੀਦ ਜੀ ਕਹਿੰਦੇ, ਜ਼ਿਮੀਂਦਾਰ ਦਾ ਪ੍ਰਮਾਣ ਦਿੱਤਾ ਬਾਬਾ ਫਰੀਦ ਜੀ ਨੇ। ਕਹਿੰਦੇ ਫਰੀਦਾ ਲੋੜੈ ਦਾਖ ਬਜੂਰੀਆਂ, ਕਿੱਕਰ ਬੀਜੈ ਜੱਟ, ਹੰਡੈ ਉੱਨ ਕਤਾਏਂਦਾ, ਪਹਿੰਦਾ ਲੋੜੈ ਪੱਟ। ਕਹਿੰਦੇ ਵੇਖੋ ਬੰਦੇ ਦਾ ਸੁਭਾਅ ਵੀ ਬੀਜੇ ਤਾਂ ਕਿੱਕਰ ਸੀ, ਅਤੇ ਬਜੌਰ ਦਾ ਇਲਾਕਾ ਇੱਧਰ ਮੁਲਤਾਨ ਪਸ਼ਾਵਰ ਦੇ ਇਲਾਕੇ ਵੱਲ ਉੱਧਰ ਕਹਿੰਦੇ ਉੱਥੋਂ ਦੀਆਂ ਦਾਖਾਂ ਭਾਲਦਾ। ਬੜੀਆਂ ਉੱਥੋਂ ਦੀਆਂ ਦਾਖਾਂ ਮਸ਼ਹੂਰ ਹਨ ਵੀ ਉੱਥੋਂ ਕਰਨੇ ਤੂੰ ਉਸ ਕੁਆਲਿਟੀ ਦਾ ਬੀਜ ਤੇ ਬੀਜਿਆ ਨਹੀਂ ਹੈ, ਬੀਜ ਹੀ ਹੋਰ ਬੀਜ ਦਿੱਤਾ ਹੈ। ਅਤੇ ਕਪਾਹ ਦੇ ਖੇਤ ਬੀਜ ਕੇ ਕਹਿੰਦੇ ਰੇਸ਼ਮ ਦਾ ਕੱਪੜਾ ਪ੍ਰਾਪਤ ਨਹੀਂ ਹੋਵੇਗਾ। ਇਸੇ ਤਰ੍ਹਾਂ ਜੋ ਤੂੰ ਬੀਜੇਗਾ ਇਹ ਤੇਰਾ ਭਵਿੱਖ ਬਣ ਕੇ ਤੈਨੂੰ ਪ੍ਰਾਪਤ ਹੋਣਾ ਹੈ। ਇਹ ਜਿਹੜਾ ਆਪਾਂ ਬਾਣੀ ਪੜ੍ਹਦੇ ਹਾਂ ਕਿਸੇ ਵਾਸਤੇ ਆਸਾਨ ਨਹੀਂ, ਇਹ ਆਪਣਾ ਆਪ ਹੀ ਸਵਾਰਨਾ, ਆਪਣਾ ਭਵਿੱਖ ਤਿਆਰ ਕਰਨਾ। ਸੇਵਾ ਕਰਮ ਕਾਂਡ ਵਿੱਚ ਪਾਉਂਦਾ ਹੈ, ਪਹਿਲਾਂ ਆਪਣੇ ਮਸਤਕ ਨੂੰ ਪੜ੍ਹ ਵੀ ਤੇਰੇ ਮਸਤਕ 'ਤੇ ਕੀ ਲਿਖਿਆ ਹੈ। ਤੁਧ ਸਿਰ ਲਿਖਿਆ ਸੋ ਪੜ੍ਹ ਪੰਡਤ, ਜੋ ਤੇਰੇ ਮੱਥੇ 'ਤੇ ਲਿਖਿਆ ਹੈ। ਕੀ ਲਿਖਿਆ ਹੈ? ਕਰਮਾਂ ਦਾ ਲੇਖਾ। ਪਹਿਲਾਂ ਆਪਣੇ ਆਪ ਨੂੰ ਤਾਂ ਜਾਣਨਾ ਕਰ। ਪੰਡਤ ਨੂੰ ਆਪਣੀ ਮੌਤ ਦਾ ਪਤਾ ਨਹੀਂ, ਦੂਜਿਆਂ ਦੇ ਬਾਰੇ ਭਵਿੱਖਬਾਣੀ ਕਰਦਾ ਹੈ। ਆਪਾਂ ਵੇਖਦੇ ਹਾਂ, ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਕਿੰਨੀਆਂ ਭਵਿੱਖਬਾਣੀਆਂ ਪਰ ਕਿਸੇ ਮਾਂ ਦੇ ਲਾਲ ਨੇ ਇਹ ਨਹੀਂ ਆਖਿਆ ਵੀ ਐਸੀ ਕੋਈ ਮਹਾਂਮਾਰੀ ਆਉਣ ਵਾਲੀ, ਆਪਣਾ ਬਚਾਅ ਕਰ ਲਓ। ਕਿਸੇ ਨੇ ਕੀਤੀ ਭਵਿੱਖਬਾਣੀ? ਸਵਾਦ ਤਾਂ ਸੀ ਜੇ ਉਹ ਪਹਿਲਾਂ ਦੱਸ ਦਿੰਦੇ ਵੀ ਇੱਦਾਂ। ਕੋਈ ਵੀ ਪੰਡਤ ਤੁਸੀਂ ਪੜ੍ਹੋ, ਇਹ ਨਹੀਂ ਦੱਸਦਾ ਵੀ ਮੇਰੀ ਕੱਲ੍ਹ ਨੂੰ ਮੌਤ ਹੋ ਜਾਣੀ, ਜਾਂ ਅੱਜ ਹੋ ਜਾਣੀ, ਜਾਂ ਮੇਰੇ ਨਾਲ ਇਹ ਕੁਝ ਹੋ ਜਾਣਾ ਹੈ। ਤੋ ਪਾਤਸ਼ਾਹ ਕਹਿੰਦੇ ਭਾਈ ਤੂੰ ਆਪਣੇ ਸਿਰ ਦੇ ਪਹਿਲਾਂ ਦੂਜਿਆਂ ਨੂੰ ਤਾਂ ਵਿਖਿਆ ਸਿਖਾਲ ਰਿਹਾ ਹੈ ਕਿਸ ਤਰ੍ਹਾਂ ਦੇ ਕਰਮ, ਵੀ ਉਹਨੂੰ ਕਹਿੰਦਾ ਤੂੰ ਇਹ ਕੰਮ ਕਰ ਲੈ, ਤੂੰ ਬਾਦਸ਼ਾਹ ਬਣ ਜਾਏਗਾ। ਅਤੇ ਇਹ ਕੰਮ ਤੂੰ ਆਪ ਹੀ ਕਿਉਂ ਨਹੀਂ ਕਰਦਾ? ਤੂੰ ਆਪ ਹੀ ਬਾਦਸ਼ਾਹ ਬਣ ਜਾ, 10-10 ਰੁਪਏ ਮੰਗਦਾ ਫਿਰਦਾ ਹੈ, ਅਤੇ ਇਹ ਕੰਮ ਤੂੰ ਆਪ ਹੀ ਕਰ ਲੈ। ਇਹ ਗੱਲ ਹੁਣ ਆਪਾਂ ਤਾਂ ਆਪਣੇ ਲੈ ਲਈਏ। ਆਪਾਂ ਦੂਜਿਆਂ ਨੂੰ ਕਹੀਏ ਵੀ ਤੁਸੀਂ ਬਾਣੀ ਪੜ੍ਹੋ ਤੁਹਾਡੇ ਦੁੱਖ ਮਿਟਣਗੇ, ਅਤੇ ਆਪ ਗ੍ਰੰਥੀ ਪੜ੍ਹੇ ਨਾ। ਜਾਂ ਜਿਹੜਾ ਵੀ ਪ੍ਰਚਾਰਕ ਹੈ ਕੋਈ, ਉਹ ਦੂਜਿਆਂ ਨੂੰ ਤਾਂ ਕਹੇ ਤੁਸੀਂ ਬਾਣੀ ਪੜ੍ਹੋ, ਤੁਹਾਡੇ ਘਰੋਂ ਕਲੇਸ਼ ਮੁੱਕ ਜਾਏਗਾ, ਤੁਹਾਡਾ ਕਾਰੋਬਾਰ ਚੱਲੇਗਾ, ਅਤੇ ਆਪ ਕਮਾਉਂਦਾ ਹੀ ਨਹੀਂ ਹੈ। ਪਾਤਸ਼ਾਹ ਕਹਿੰਦੇ ਤੁਧ ਸਿਰ ਲਿਖਿਆ ਸੋ ਪੜ੍ਹ ਪੰਡਤ। ਇੱਥੇ ਪੰਡਤ ਦਾ ਅਰਥ ਧਾਰਮਿਕ ਬੰਦਾ ਜਿਹੜਾ ਦੂਜਿਆਂ ਨੂੰ ਭੁਲੇਖੇ ਪਾਉਂਦਾ, ਭਾਵੇਂ ਹੈ ਤਾਂ ਪ੍ਰਥਾਏ ਪੰਡਤ ਦੇ, ਪਰ ਉਹ ਸਾਰੇ ਧਾਰਮਿਕ ਬੰਦਿਆਂ ਵਾਸਤੇ ਹੈ। ਭਾਵੇਂ ਕੋਈ ਉਹ ਪਾਦਰੀ ਹੈ ਜਾਂ ਗ੍ਰੰਥੀ ਹੈ ਜਾਂ ਮੌਲਵੀ ਹੈ, ਕੋਈ ਕਾਜੀ ਹੈ, ਕੋਈ ਵੀ ਧਾਰਮਿਕ ਬੰਦਾ ਕਿਸੇ ਵੀ ਥਾਂ 'ਤੇ ਜਿਹੜਾ ਲੋਕਾਂ ਨੂੰ ਹੋਰ ਪਾਸੇ ਲਾਉਂਦਾ ਪਰ ਆਪ ਉਸ ਪਾਸੇ ਨਹੀਂ ਜਾਂਦਾ, ਸਗੋਂ ਹੋਰ ਕਰਮ ਕਾਂਡਾਂ ਵਿੱਚ ਉਲਝਾ ਦਿੰਦਾ ਹੈ। ਵੀ ਤੁਸੀਂ ਇਸ ਜਿਵੇਂ ਆਪਣੇ ਵਿੱਚ ਵੀ ਚੱਲਦਾ ਵੀ ਤੁਸੀਂ 40 ਦਿਨ ਇਹ ਕਰ ਲਓ, 21 ਦਿਨ ਇਹ ਕਰ ਲਓ, ਅਤੇ ਤੂੰ ਆਪ ਕਰ ਲੈ ਵੀ ਆਪ ਵੀ ਤੂੰ ਮੰਤਰੀ ਬਣ ਜਾ। ਆਪਾਂ ਦੂਜਿਆਂ ਨੂੰ
ਗੁਰਬਾਣੀ ਨਾਲੋਂ ਇੱਦਾਂ ਇੱਕ ਤੋੜਨ ਦਾ ਯਤਨ ਹੀ ਕਰ ਦਿੱਤਾ, ਕਿਉਂਕਿ ਗੁਰਬਾਣੀ ਦਾ ਮਹਾਨ ਮਹਾਤਮ ਹੈ ਔਰ ਗੁਰਬਾਣੀ ਅੱਠੇ ਪੈਰ ਫਲ ਦਿੰਦੀ ਹੈ। ਔਰ ਇਹ ਨਹੀਂ ਵੀ ਗੁਰਬਾਣੀ ਤੂੰ 40 ਦਿਨ ਪੜ੍ਹੇਗਾ ਤਾਂ ਫਲ ਦੇਵੇਗੀ। ਗੁਰਬਾਣੀ ਨੂੰ ਭਾਵਨਾ ਨਾਲ ਹੁਣ ਪੜ੍ਹੋਗੇ ਹੁਣੇ ਹੀ ਫਲ ਮਿਲੇਗਾ, 40 ਦਿਨਾਂ ਦੀ ਉਡੀਕ ਨਹੀਂ ਕਰਨੀ। ਸੋ ਇਸ ਤਰ੍ਹਾਂ ਦੇ ਧਾਰਮਿਕ ਲੋਕ ਜਿਹੜੇ ਨੇ ਹੋਰਾਂ ਨੂੰ ਹੋਰ ਕਰਮਾਂ ਦੀ ਵਿਖਿਆ ਦੀ ਜ਼ਹਿਰ ਵਿੱਚ ਪਾ ਦਿੰਦੇ ਨੇ। ਪਹਿਲਾ ਫਾਹਾ ਪਿਆ ਪਾਦੇ, ਪਿੱਛੋਂ ਦੇ ਗਲ ਚਾਟੜਿਆ। ਪਹਿਲਾਂ ਤਾਂ ਫਾਹਾ ਇਹਦੇ ਆਪਣੇ ਗਲ ਪਿਆ, ਆਪ ਕਰਮ ਕਾਂਡਾਂ ਦੇ ਵਿੱਚ ਉਲਝਿਆ ਹੋਇਆ ਸੀ, ਅਤੇ ਪਿੱਛੋਂ ਜਿਹੜੇ ਚੇਲੇ ਬਣਾ ਲਏ, ਜਿਹੜੇ ਲੋਕ ਇਹਨੂੰ ਮੰਨਣ ਵਾਲੇ ਸੀ, ਉਹਨਾਂ ਦੇ ਗਲ ਵੀ ਇਹ ਫਾਹੀ ਪੈ ਗਈ। ਸੋ ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਸਾਨੂੰ ਸੁਚੇਤ ਕਰਦੇ ਨੇ ਸਾਰਿਆਂ ਨੂੰ, ਭਾਈ ਵਾਹਿਗੁਰੂ ਦਾ ਨਾਮ ਜਪੋ ਔਰ ਕਿਸੇ ਕਰਮ ਕਾਂਡ ਦੇ ਵਿੱਚ ਪੈਣ ਦੀ ਲੋੜ ਨਹੀਂ, ਨਾ ਕਿਸੇ ਨੂੰ ਪਾਵੋ। ਵਾਹਿਗੁਰੂ ਦਾ ਨਾਮ ਜਪੋ, ਪਰਮੇਸ਼ਵਰ ਦਾ ਨਾਮ ਜਪੋ। ਪਰਮਾਤਮਾ ਹਰ ਸਮੇਂ ਕਿਰਪਾ ਕਰਦਾ ਹੈ, ਹਰ ਥਾਂ 'ਤੇ ਕਰਦਾ ਹੈ। ਇਹ ਨਹੀਂ ਵੀ ਤੁਸੀਂ ਹੋਰ ਕਿਸੇ ਥਾਂ 'ਤੇ ਜਾਓਗੇ ਉੱਥੇ ਕਰੇਗਾ ਅਤੇ ਇੱਥੇ ਨਹੀਂ ਕਰੇਗਾ। ਹੁਣ ਜਦੋਂ ਪ੍ਰਹਿਲਾਦ 'ਤੇ ਔਖਾ ਸਮਾਂ ਬਣ ਗਿਆ, ਉਹ ਕਿਹੜਾ ਕਿਸੇ ਮੰਦਰ ਵਿੱਚ ਜਾ ਕੇ ਅਰਦਾਸਾਂ ਕਰਦਾ ਰਿਹਾ ਹੈ, ਬਲਕਿ ਉਹਨੂੰ ਤਾਂ ਨੂੜਿਆ ਹੋਇਆ ਸੀ, ਬੰਨ੍ਹਿਆ ਹੋਇਆ ਸੀ। ਪਰ ਪਰਮਾਤਮਾ ਨੇ ਉਹਦੀ ਵੀ ਰੱਖਿਆ ਕੀਤੀ। ਸਤਿਗੁਰੂ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਸਵਈਆਂ ਦੇ ਵਿੱਚ ਬਚਨ ਆਉਂਦੇ ਨੇ ਨਾ, ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਕਸ਼ ਫਾਰੇ ਕਰ ਆਜ, ਫੁਨ ਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ, ਸੀਨਤ ਬਸਤਰ ਦੀਨ ਬੋ ਸਾਜ, ਸੁਦਾਮਾ ਅਪਦਾ ਤੇ ਰਾਖਿਆ, ਗਣਕਾ ਪੜਤ ਪੂਰੇ ਤੇ ਕਾਜ। ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ, ਅਬ ਰਾਖੋ ਦਾਸ ਭਾਟ ਕੀ ਲਾ। ਸਤਿਗੁਰੂ ਮਹਿਰਾਮਤ ਕਰਨ, ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨੂੰ ਕਮਾ ਸਕੀਏ। ਸਤਿਗੁਰੂ ਜੀ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।